ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਐਕਸੈਪਸ਼ਨ ਹੈਂਡਲਿੰਗ ਇਨ C++। ਤੁਸੀਂ ਇਸ ਬਾਰੇ ਕਾफ़ੀ ਇਨਫੋਰਮੇਸ਼ਨ ਨੈੱਟ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਕੁਝ ਵੈਬਸਾਈਟਸ ਹੈ ਜਿਸ 'ਤੇ ਇਨਫੋਰਮੇਸ਼ਨ ਕਾफ़ੀ ਵਧੀਆ ਹੈ। ਜੋ ਐਰਰਸ ਹੈ, ਐਰਰਸ ਆਪਾਂ ਮੇਨਲੀ ਬਰੋਡਲੀ 3 ਟਾਈਪਸ 'ਚ ਡਿਵਾਈਡ ਕਰਦੇ ਹਾਂ। 3 ਤਰ੍ਹਾਂ ਦੇ ਹੋ ਸਕਦੇ ਹੈ। ਸਿੰਟੈਕਸ ਐਰਰ, ਜੋ ਬੇਸਿਕਲੀ ਕੋਈ ਸੈਮੀਕੋਲਨ ਮਿਸਿੰਗ ਹੈ, ਕੋਈ ਕੌਮਾ ਮਿਸਿੰਗ ਹੈ, ਕੋਈ ਬ੍ਰੇਸਿਸ ਪੈਰੈਂਥਸਿਸ ਆਪਣੀਆਂ ਘੱਟ ਲੱਗ ਗਈਆਂ, ਜ਼ਿਆਦਾ ਲੱਗ ਗਈਆਂ, ਜਿਸ ਨੂੰ ਕੰਪਾਈਲਰ ਆਇਡੈਂਟੀਫਾਈ ਕਰ ਸਕਦਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਸਿੰਟੈਕਸ ਐਰਰ। ਦੈਨ ਆਉਂਦੇ ਆਪਣੇ ਲੌਜੀਕਲ ਐਰਰਸ। ਲੌਜੀਕਲ ਐਰਰਸ ਹੈ ਜਿੱਥੇ ਸਾਡਾ ਫਾਰਮੂਲਾ ਹੀ ਗਲਤ ਹੈ। ਅਸੀਂ ਫਾਈਂਡ ਕੁਝ ਹੋਰ ਕਰਨਾ ਸੀ, ਫਾਰਮੂਲਾ ਅਸੀਂ ਕੁਝ ਹੋਰ ਲਿਖਤਾ ਹੈ। ਮੀਨਸ ਉਹ ਕੰਪਾਈਲਰ ਨੂੰ ਨਹੀਂ ਪਤਾ ਲੱਗਣਾ ਵੀ ਆਪਾਂ ਕੀ ਲਿਖਣਾ ਚਾਹੁੰਦੇ ਹਾਂ ਤੇ ਅਸੀਂ ਕੀ ਲਿਖਤਾ ਹੈ। ਉਹ ਕਿਸ ਕੈਟੇਗਰੀ 'ਚ ਆਉਂਦਾ? ਲੌਜੀਕਲ ਐਰਰਸ। ਦੈਨ ਕੁਝ ਆਉਂਦੇ ਆਪਣੇ ਰਨ ਟਾਈਮ ਐਰਰਸ, ਜੋ ਹਰ ਵਾਰ ਐਰਰਸ ਨਹੀਂ ਹੈ, ਬਟ ਕਿਸੇ ਕੰਡੀਸ਼ਨ ਦੇ ਅਕੋਰਡਿੰਗ, ਕਿਸੇ ਵੈਲਿਊਜ਼ ਦੇ ਅਕੋਰਡਿੰਗ ਰਨ ਟਾਈਮ ਤੇ ਐਰਰ ਆ ਜਾਂਦਾ। ਮਤਲਬ ਜਦੋਂ ਸਾਡਾ ਪ੍ਰੋਗਰਾਮ ਰਨਿੰਗ ਸਟੇਟ ਦੇ ਵਿੱਚ ਹੈ, ਰਨ ਟਾਈਮ ਐਰਰਸ ਨੂੰ ਕੰਪਾਈਲਰ ਆਇਡੈਂਟੀਫਾਈ ਨਹੀਂ ਕਰ ਸਕਦਾ। ਉਹ ਫੜ ਨਹੀਂ ਸਕਦਾ ਵੀ ਕਿੱਥੇ ਕੀ ਐਰਰ ਹੈ ਜਾਂ ਕਦੋਂ ਆ ਸਕਦਾ ਐਰਰ। ਇਹ ਜੋ ਐਕਸੈਪਸ਼ਨ ਹੈਂਡਲਿੰਗ ਹੈ, ਬੇਸਿਕਲੀ ਰਨ ਟਾਈਮ ਐਰਰਸ ਨੂੰ ਹੀ ਹੈਂਡਲ ਕਰਦੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਹੈ, ਟੌਪਿਕ ਦਾ ਨਾਮ ਐਕਸੈਪਸ਼ਨ ਹੈਂਡਲਿੰਗ ਹੈ, ਐਕਸੈਪਸ਼ਨ ਰਿਮੂਵਿੰਗ ਨਹੀਂ ਹੈ। ਮਤਲਬ ਜੋ ਐਕਸੈਪਸ਼ਨਸ ਹੈ ਉਸ ਨੂੰ ਹੈਂਡਲ ਕੀਤਾ ਜਾ ਸਕਦਾ ਹੈ, ਉਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ, ਉਸ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ। ਐਕਸੈਪਸ਼ਨ ਹੈਂਡਲਿੰਗ ਦੇ ਵਿੱਚ ਮੇਨ ਮੋਟਿਵ ਕੀ ਆਉਂਦਾ ਆਪਣਾ? ਜੋ ਮੇਨ ਮੋਟਿਵ ਹੈ ਐਕਸੈਪਸ਼ਨ ਹੈਂਡਲਿੰਗ ਦਾ ਉਹ ਹੈ ਵੀ ਜਿਹੜਾ ਨਾਰਮਲ ਫਲੋ ਆਫ ਐਗਜ਼ੀਕਿਊਸ਼ਨ ਹੈ ਪ੍ਰੋਗਰਾਮ ਦੀ, ਉਹ ਚੱਲਦੀ ਰਹੇ। ਮਤਲਬ ਅਗਰ ਕਿਸੇ ਪਾਰਟ ਦੇ ਵਿੱਚ ਕੋਈ ਐਰਰ ਜਾਂ ਐਕਸੈਪਸ਼ਨ ਆ ਜਾਂਦੀ ਹੈ, ਉਸ ਪਾਰਟ ਦੀ ਰਿਪਲੇਸਮੈਂਟ ਪ੍ਰੋਵਾਈਡ ਕਰਦੇ ਪ੍ਰੋਗਰਾਮ, ਤੇ ਬਾਕੀ ਪ੍ਰੋਗਰਾਮ ਸਾਰਾ ਆਪਣਾ ਐਜ਼ ਸੱਚ ਚੱਲਦਾ ਰਹੇ। ਇਹ ਕੁਝ ਉਸਦੇ ਹੋਰ ਫਾਇਦੇ ਹੈ ਜਿਸ ਕਰਕੇ ਆਪਾਂ ਐਕਸੈਪਸ਼ਨ ਹੈਂਡਲਿੰਗ ਯੂਜ਼ ਕਰਦੇ ਹਾਂ। ਜਿੰਨੀਆਂ ਵੀ ਐਕਸੈਪਸ਼ਨ ਕਲਾਸਿਸ ਹੈ ਉਹ ਸਾਰਿਆਂ ਦੀ ਇੱਕ ਬੇਸ ਕਲਾਸ ਹੈ ਐਕਸੈਪਸ਼ਨ, ਸਾਰੀਆਂ ਉਸ ਤੋਂ ਹੀ ਇਨਹੈਰਿਟਡ ਹੈ। ਡਿਟੇਲ ਦੇ ਵਿੱਚ ਤੁਸੀਂ ਇਸ ਬਾਰੇ ਇਨਫੋਰਮੇਸ਼ਨ ਹੋਰ ਪੜ੍ਹ ਸਕਦੇ ਹੋ। ਹੁਣ ਜੋ C++ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਹੈ ਉਹ 3 ਮੇਨ ਕੀਵਰਡਸ ਨਾਲ ਆਪਾਂ ਪਰਫਾਰਮ ਕਰਦੇ ਹਾਂ: ਟਰਾਈ, ਕੈਚ ਐਂਡ ਥਰੋ। ਜਿਸ ਬਲੌਕ ਆਫ ਕੋਡ ਦੇ ਵਿੱਚ, ਜਿਸ ਪਾਰਟ 'ਚ ਸਾਨੂੰ ਲੱਗਦਾ ਹੈ ਵੀ ਐਕਸੈਪਸ਼ਨ ਆ ਸਕਦੀ ਹੈ, ਆਪਾਂ ਉਸ ਨੂੰ ਟਰਾਈ ਬਲੌਕ ਦੇ ਵਿੱਚ ਲਿਖਾਂਗੇ। ਅਗਰ ਉਸ 'ਚ ਐਰਰ ਆ ਗਿਆ ਤਾਂ ਕਿਹੜਾ ਰਿਪਲੇਸਮੈਂਟ ਚੱਲੇ ਉਸਦੀ, ਉਹ ਆਪਾਂ ਲਿਖਾਂਗੇ ਕੈਚ ਬਲੌਕ ਦੇ ਵਿੱਚ। ਅਗਰ ਉਸ 'ਚ ਐਰਰ ਨਹੀਂ ਹੈ ਤਾਂ ਟਰਾਈ ਪਾਰਟ ਚੱਲੂਗਾ, ਅਗਰ ਐਰਰ ਹੈ ਫਿਰ ਕੈਚ ਪਾਰਟ ਚੱਲੂਗਾ। ਆਪਾਂ ਐਗਜ਼ਾਮਪਲ 'ਚ ਇਸ ਜਾ ਕੇ ਸਮਝਾਂਗੇ ਅੱਗੇ। ਹੁਣ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਐਕਸੈਪਸ਼ਨ ਹੈਂਡਲਿੰਗ ਦਾ ਫਾਇਦਾ ਕੀ ਹੈ। ਸਪੋਜ਼ ਆਪਾਂ ਨੇ ਪ੍ਰੋਗਰਾਮ ਹੈ, ਕੋਈ ਕਾਫੀ ਲੈਂਥੀ ਪ੍ਰੋਗਰਾਮ ਹੈ, ਕਿਸੇ ਇੱਕ ਪੁਆਇੰਟ ਤੇ, ਕਿਸੇ ਇੱਕ ਲਾਈਨ ਦੇ ਵਿੱਚ ਉਸਦੇ ਐਕਸੈਪਸ਼ਨ ਜਨਰੇਟ ਹੋ ਗਈ, ਰਨ ਟਾਈਮ ਐਰਰ ਜੋ ਹੈ ਐਕਸੈਪਸ਼ਨ ਜਨਰੇਟ ਹੋ ਗਈ। ਇਸ ਨਾਲ ਹੋਊਗਾ ਕਿ ਕੁਝ ਵੀ ਉਸ ਤੋਂ ਬਾਅਦ, ਉਸ ਲਾਈਨ ਤੋਂ ਬਾਅਦ ਜਿੰਨਾ ਵੀ ਪ੍ਰੋਗਰਾਮ ਹੈ ਉਹ ਉਸਦਾ ਕੋਈ ਪਾਰਟ ਵੀ ਐਗਜ਼ੀਕਿਊਟ ਨਹੀਂ ਹੋਊਗਾ। ਬਟ ਅਗਰ ਸਾਨੂੰ ਲੱਗਦਾ ਹੈ ਵੀ ਇਸ ਪਾਰਟ 'ਚ ਐਰਰ ਜਾਂ ਐਕਸੈਪਸ਼ਨ ਆ ਸਕਦੀ ਹੈ ਤਾਂ ਬੈਟਰ ਹੈ ਇਸ ਪਾਰਟ ਨੂੰ ਕਿਸ 'ਚ ਲਿਖ ਦਿਓ? ਟਰਾਈ ਬਲੌਕ ਦੇ ਅੰਦਰ। ਆਪਾਂ ਲਿਖਿਆ ਟਰਾਈ ਸਟੇਟਮੈਂਟ ਐਰਰ ਕੈਚ ਸਟੇਟਮੈਂਟ ਕੈਚ। ਅਗਰ ਇਸ ਪਾਰਟ 'ਚ ਐਰਰ ਨਹੀਂ ਹੈ ਫਿਰ ਤਾਂ ਇਹ ਪਾਰਟ ਚੱਲੂਗਾ। ਅਗਰ ਇਸ ਪਾਰਟ 'ਚ ਐਰਰ ਹੈ ਫਿਰ ਕਿਹੜਾ ਪਾਰਟ ਚੱਲੂਗਾ? ਕੈਚ ਸਟੇਟਮੈਂਟ ਕੈਚ। ਮੇਨ ਮੋਟਿਵ ਹੈ ਜੋ ਨੀਚੇ ਵਾਲਾ ਪ੍ਰੋਗਰਾਮ ਹੈ, ਜੋ ਬਾਕੀ ਪ੍ਰੋਗਰਾਮ ਹੈ, ਉਹ ਸਾਰਾ ਪ੍ਰੋਗਰਾਮ ਐਜ਼ ਸੱਚ ਹੀ ਚੱਲਦਾ ਰਹੂਗਾ ਜਿਵੇਂ ਅਸੀਂ ਉਸ ਨੂੰ ਚਲਾਉਣਾ ਚਾਹੁੰਦੇ ਸੀ। ਜੋ ਟਰਾਈ ਕੈਚ ਬਲੌਕ ਹੈ ਜਾਂ ਐਕਸੈਪਸ਼ਨ ਹੈਂਡਲਿੰਗ ਹੈ, ਉਸ ਦਾ ਮਤਲਬ ਕੀ ਹੈ ਵੀ ਜਿਸ ਪਾਰਟ 'ਚ ਐਕਸੈਪਸ਼ਨ ਹੈ ਉਸ ਦੀ ਰਿਪਲੇਸਮੈਂਟ ਪ੍ਰੋਵਾਈਡ ਕਰਤੀ, ਐਂਡ ਜੋ ਰਿਮੇਨਿੰਗ ਪਾਰਟ ਹੈ ਪ੍ਰੋਗਰਾਮ ਦਾ, ਜੋ ਬਾਕੀ ਪ੍ਰੋਗਰਾਮ ਹੈ, ਉਹ ਐਜ਼ ਸੱਚ ਹੀ ਚੱਲਦਾ ਰਹੇ। ਆਪਾਂ ਇਸ ਦੀ ਇੱਕ ਐਗਜ਼ਾਮਪਲ ਦੇ ਨਾਲ ਆਪਾਂ ਇਸ ਨੂੰ ਇੱਕ ਸਮਝਦੇ ਹਾਂ। ਇਹੀ ਪ੍ਰੋਗਰਾਮ ਨੂੰ, ਇਹੀ ਟਰਾਈ ਕੈਚ ਬਲੌਕ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ। ਹੁਣ ਲਾਈਕ ਇਸ ਐਗਜ਼ਾਮਪਲ 'ਚ ਦੇਖੋ, ਆਪਾਂ 3 ਵੇਰੀਏਬਲ ਲਏ ABC, A ਤੇ B ਦੀ ਵੈਲਿਊ ਇਨਪੁਟ ਕਰਾ ਲਈ। C is equal to A divided by B, C is equal to A plus B, C is equal to A minus B, C is equal to A into B, ਤੇ ਆਪਾਂ ਡਿਵੀਜ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਤੇ ਐਡੀਸ਼ਨ ਉਹਦੇ ਆਪਾਂ ਪ੍ਰਿੰਟ ਕਰਾ ਰਹੇ ਹਾਂ। ਆਪਾਂ ਇਹ ਪ੍ਰੋਗਰਾਮ ਰਨ ਕਰਦੇ ਹਾਂ। ਐਂਟਰ ਵੈਲਿਊ ਆਫ A 10, ਐਂਟਰ ਵੈਲਿਊ ਆਫ B 2, division 5, sum 12, subtract 8, multiplication 20।
ठीक है, दोबारा देखते हैं। ਹੁਣ ਐਕਸੈਪਸ਼ਨ ਕੀ ਚੀਜ਼ ਹੈ, ਲਾਈਕ ਡਿਵਾਈਡ ਬਾਈ 0 ਪੋਸੀਬਲ ਨਹੀਂ ਹੈ ਕੰਪਾਈਲਰ ਦੇ ਵਿੱਚ C++ ਦੇ। a is equal to 10, b is equal to ਮੈਂ ਲਿਖਤਾ 0। ਹੁਣ ਕੀ ਹੈ, ਕਿਹੜੀ ਚੀਜ਼ ਇਸ ਚੋਂ ਨਹੀਂ ਹੋ ਸਕਦੀ, c is equal to a divided by b ਨਹੀਂ ਹੋ ਸਕਦਾ। ਇਸ ਪੁਆਇੰਟ ਤੇ ਕੀ ਜਨਰੇਟ ਹੋਊਗਾ, ਐਕਸੈਪਸ਼ਨ। ਦਿਸ ਮੀਨਸ ਇਸ ਲਾਈਨ 'ਚ ਐਕਸੈਪਸ਼ਨ ਹੈ, ਪਰ ਉਸਨੇ ਕੀ ਕਰਨਾ, ਬਾਕੀ ਚੀਜ਼ਾਂ ਵੀ ਨਹੀਂ ਚਲਾਉਣੀਆਂ। ਜਦ ਕਿ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਤਾਂ ਹੋ ਸਕਦੀ ਹੈ। ਆਪਾਂ ਪ੍ਰੋਗਰਾਮ ਰਨ ਕਰਦੇ ਹਾਂ, ਉਹਨੇ ਐਕਸੈਪਸ਼ਨ ਦੇ ਦਿੱਤੀ ਤੇ ਬਾਕੀ ਜਿਹੜਾ ਥੱਲੇ ਵਾਲਾ ਪ੍ਰੋਗਰਾਮ ਸੀ ਉਹ ਵੀ ਨਹੀਂ ਐਗਜ਼ੀਕਿਊਟ ਕੀਤਾ। ਹੁਣ ਆਪਾਂ ਇਸੇ ਪਾਰਟ ਨੂੰ, ਹੁਣ ਸਾਨੂੰ ਪਤਾ ਲੱਗ ਗਿਆ ਵੀ ਇਸ ਪਾਰਟ 'ਚ ਐਕਸੈਪਸ਼ਨ ਜਨਰੇਟ ਹੋ ਸਕਦੀ ਹੈ। ਮਤਲਬ ਡਿਵੀਜ਼ਨ ਜਦੋਂ ਆਪਾਂ b ਦੀ ਵੈਲਿਊ ਜਦੋਂ 0 ਹੈ, ਦਿਸ ਮੀਨਸ ਉਦੋਂ ਐਰਰ ਆ ਸਕਦਾ ਹੈ। ਆਪਾਂ ਹੁਣ ਦੇਖਦੇ ਹਾਂ, ਆਪਾਂ ਕੀ ਕਰੀਏ, ਜੋ ਇਹ ਪਾਰਟ ਹੈ ਇਸ ਨੂੰ ਆਪਾਂ ਲਿਖ ਲੈਂਦੇ ਹਾਂ ਟਰਾਈ ਦੇ ਵਿੱਚ। ਇਸ ਪਾਰਟ 'ਚ ਆਪਣਾ ਐਕਸੈਪਸ਼ਨ ਆ ਸਕਦੀ ਹੈ, ਉਸ ਨੂੰ ਆਪਾਂ ਕਿਸ ਲਿਖਤਾ, ਟਰਾਈ 'ਚ, ਕੈਚ। ਅਗਰ ਐਕਸੈਪਸ਼ਨ ਆ ਗਈ, ਫਿਰ ਆਪਾਂ ਇੱਥੇ ਉਹਦੀ ਦੇਣੀ ਆ ਰਿਪਲੇਸਮੈਂਟ। ਕੁਛ ਵੀ ਲਿਖ ਦਿੰਦੇ ਆ, b is equal to 0, so division will not be performed, एक्सेट्रा। कोई भी मैसेज लगाना है तुसी वो चीज़ इत्थे लिख दिंदे आ। प्लस सानू इत्थे एक थ्रो कीवर्ड यूज करना पैना है। यह एक कैच कदों चले, इफ b इक्वल टू 0, जदों b की वैल्यू 0 है उदों की करे, थ्रो। थ्रो 0। मीनस ट्राई ब्लॉक है ये अपना, इस दे अंदर आप एक बना लिया कैच। कैच उस तो बाद है ट्राई के अंदर एक आप बनाया भी यह कैच कदों चले, वैन b is equal to 0, जदों b 0 है उदों आप लिखता है थ्रो। थ्रो दे विच जो मैं 0 लिखा है ये बेसिकली एक इंटीजर वैल्यू है, क्योंकि आप इत्थे भी इंटीजर लिखा। जे इत्थे मैं डबल लिखा होंदा 0.5 ਜਾਂ 0.6 ਤਾਂ ਮੈਨੂੰ ਇੱਥੇ ਕੀ ਲਿਖਣਾ ਪੈਣਾ ਸੀ, ਡਬਲ। ਅਗਰ ਮੈਂ ਇੱਥੇ ਲਿਖਿਆ ਹੁੰਦਾ ਕੋਈ ਕਰੈਕਟਰ, ਫਿਰ ਮੈਨੂੰ ਇੱਥੇ ਕੀ ਲਿਖਣਾ ਪੈਣਾ ਸੀ, ਕਰੈਕਟਰ। ਹੁਣ ਮੈਂ ਇੰਟੀਜ਼ਰ ਲਿਖਿਆ, ਸੋ ਮੈਨੂੰ ਇੱਥੇ ਇੰਟੀਜ਼ਰ ਪਾਸ ਕਰਨਾ ਪੈਣਾ, ਚਾਹੇ ਮੈਂ b ਲਿਖਦਾ ਹੈ, ਚਾਹੇ 1 ਲਿਖਦਾ ਹੈ, ਚਾਹੇ 0 ਲਿਖਦਾ ਹੈ। ਜੋ ਆਪਾਂ ਐਰਰ ਨੰਬਰ ਜਨਰੇਟ ਕਰਨਾ ਵੀ ਇਹ ਐਰਰ, ਇਹ ਐਕਸੈਪਸ਼ਨ ਜਨਰੇਟ ਹੋਈ ਹੈ ਸਾਡੀ। ਆਪਾਂ ਪ੍ਰੋਗਰਾਮ ਇਹ ਦੇਖੋ, ਹੁਣ ਆਪਾਂ ਚੇਂਜਿਸ ਕੀ ਕੀਤੀਆਂ, ਇੰਟੀਜ਼ਰ ABC ਉਹੀ ਇਨਪੁਟ ਕਰਾ ਲਏ। ਜਦੋਂ c is equal to a divided by b ਹੈ, ਜਦੋਂ ਇਸ 'ਚ ਐਰਰ ਆ ਸਕਦਾ ਹੈ, ਜਦੋਂ ਆਪਾਂ ਕੀ ਲਿਖ ਰਹੇ ਹਾਂ, c is equal to a divided by b, ਉਦੋਂ ਆਪਾਂ ਕੀ ਲਿਖਿਆ, ਕੈਚ p equal to 0, so division will not be performed। ਬਾਕੀ ਚੀਜ਼ਾਂ ਐਸ ਸੱਚ ਹੀ ਚੱਲ ਰਹੀਆਂ। ਹੁਣ ਆਪਾਂ ਪ੍ਰੋਗਰਾਮ ਰਨ ਕਰਦੇ ਹਾਂ। ਐਂਟਰ ਵੈਲਿਊ ਆਫ a 10, b ਦੀ 2, डिवीजन, सबट्रैक्शन, मल्टीप्लीकेशन ओके है। हुण b की वैल्यू 0 एंटर करके देखते हैं, a की वैल्यू 10, b की वैल्यू 0। हुण जो देखने वाली गल है, b is equal to 0, so division will not be performed, उसकी रिप्लेसमेंट आ गई। तो बाकी सम इज इक्वल टू 10, सबट्रैक्शन इज इक्वल टू 10, मल्टीप्लीकेशन इज इक्वल टू 0। आप मैसेज में थोड़ा हो ठीक करने लिए इतने एंडल लगा दें। नैक्सट लाइन के विच आवे, ए की वैल्यू 10, बी की 0। पहला किया गया, हुण ये इस जगह एक्सैप्शन जनरेट हो सकती है क्योंकि डिवीजन 0 नाल पॉसीबल नहीं है। सो उन्हें की करता है, थ्रो मतलब कैच पार्ट एग्जीक्यूट हो गया। जो मेन फायदा है एक्सैप्शन हैंडलिंग का, उसकी उसने रिप्लेसमेंट दे दी, बाकी जो प्रोग्राम है वो साडा सारा नॉर्मली एग्जीक्यूट हो गया जिवें वो होना चाहिए सी। यह एक्सैप्शन हैंडलिंग का मेन मोटिव ਜਾਂ मेन फायदा है अपना भी बाकी प्रोग्राम जो साडा है वो अपना
ਐਸ ਸੱਚ ਚੱਲਦਾ ਰਹੇ ਜਿਵੇਂ ਆਪਾਂ ਉਸ ਨੂੰ ਛੱਡਿਆ ਸੀ। ਮਤਲਬ ਜਿਸ ਪਾਰਟ ਦੇ ਵਿੱਚ ਐਰਰ ਹੈ ਉਸ ਨੂੰ ਇਗਨੋਰ ਕਰਕੇ ਉਸ ਦੀ ਰਿਪਲੇਸਮੈਂਟ ਚੱਲ ਗਈ ਤੇ ਬਾਕੀ ਸਟੇਟਮੈਂਟਸ ਜਿਹੜੀਆਂ ਆਪਣੀਆਂ ਐਸ ਸੱਚ ਐਗਜ਼ੀਕਿਊਟ ਹੋ ਗਈਆਂ। ਸੇਮ ਇਹ ਵੀ ਵੈਸੀ ਹੀ ਇੱਕ ਐਗਜ਼ਾਮਪਲ ਹੈ, x ਇਕੁਅਲ ਟੂ -1 ਸੀ ਆਊਟ ਬਿਫੋਰ ਟਰਾਈ, ਇਹ ਲਾਈਨ ਪ੍ਰਿੰਟ ਹੋ ਗਈ ਟਰਾਈ ਦੇ ਅੰਦਰ ਇਨਸਾਈਡ ਟਰਾਈ। ਹੁਣ x ਕੀ ਹੈ, ਲੈਸ ਦੈਨ 0 ਹੈ, ਦਿਸ ਮੀਨਸ ਥਰੋ 0। ਕੰਟਰੋਲ ਕਿੱਥੇ ਟ੍ਰਾਂਸਫਰ ਹੋ ਗਿਆ ਸਾਡਾ, ਇਸ ਪੁਆਇੰਟ ਤੇ, ਮੀਨਸ ਕੈਚ ਐਕਸੈਪਸ਼ਨ ਜੋ ਹੈ ਆਪਣੀ ਕੌਟ ਹੋ ਗਈ, ਕੌਟ ਐਕਸੈਪਸ਼ਨ ਦੈਨ ਆਫਟਰ ਕੈਚ, ਮਤਲਬ ਬਾਅਦ ਵਾਲਾ ਚੀਜ਼ ਆਪਣੀ ਐਜ਼ ਸੱਚ ਚੱਲੀ ਹੈ। ਸੇਮ ਹੈ ਉਹੀ ਐਗਜ਼ਾਮਪਲ, ਇਸ ਨੂੰ ਵੀ ਤੁਸੀਂ ਦੇਖ ਲਿਓ ਇੱਕ ਵਾਰ। ਅਗਰ ਆਪਾਂ ਲਿਖਣਾ ਲਾਈਕ ਏਜ ਦਿਸ ਹੈ, ਅਗਰ ਲੈਸ ਦੈਨ ਹੈ ਤਾਂ ਅਸੈਸ ਗਰੰਟਿਡ ਹੈ, ਐਲਸ ਆਪਾਂ ਥਰੋ ਕਰਤਾ ਕੈਚ ਦੇ ਵਿੱਚ ਮੈਸੇਜ ਲਗਾਤਾ। ਹੁਣ ਟਰਾਈ ਥਰੋ ਏ ਕਰੈਕਟਰ ਪਾਸ ਕੀਤਾ, ਆਪਾਂ ਇੱਕ ਕੈਚ ਆਪਣੀ ਇੱਕ ਟਰਾਈ ਦੇ ਨਾਲ ਇੱਕ ਤੋਂ ਜ਼ਿਆਦਾ ਕੈਚ ਬਲੌਕ ਲੱਗ ਸਕਦੇ ਆ। ਅਗਰ ਇੱਕ 'ਚ ਆਪਾਂ ਇੰਟੀਜ਼ਰ ਲਿਖ ਲਿਆ, ਇੱਕ 'ਚ ਫਲੋਟ ਲਿਖ ਲਿਆ, ਇੱਕ 'ਚ ਡਬਲ ਲਿਖ ਲਿਆ, ਪਲੱਸ ਇੱਕ ਆਪਾਂ ਲਿਖ ਸਕਦੇ ਹਾਂ ਕੈਚ ਦੇ ਅੰਦਰ 3 ਡਾਟਸ। ਜਦੋਂ ਆਪਾਂ 3 ਡਾਟਸ ਲਗਾ ਲਿਆ ਮਤਲਬ ਇਹ ਜੋ ਹੈ ਹਰੇਕ ਤਰ੍ਹਾਂ ਦੀ ਐਕਸੈਪਸ਼ਨ ਨੂੰ ਕੈਚ ਕਰ ਸਕਦਾ ਹੈ, ਚਾਹੇ ਉਹ ਇੰਟੀਜ਼ਰ ਹੈ, ਚਾਹੇ ਫਲੋਟ ਹੈ, ਚਾਹੇ ਡਬਲ ਹੈ, ਚਾਹੇ ਕਰੈਕਟਰ ਹੈ। ਲਾਈਕ ਇਸ ਐਗਜ਼ਾਮਪਲ 'ਚ ਸਿੰਪਲ ਆਪਾਂ ਸਿੰਟੈਕਸ ਜਿਹਾ ਬਣਾਇਆ, ਇੱਕ ਥਰੋ ਕਰੈਕਟਰ ਏ ਡਬਲ ਸਿੰਗਲ ਕੋਡ ਲੱਗਿਆ, ਜਿਸ ਮੀਨਸ ਇਹ ਕਰੈਕਟਰ ਹੈ। ਹੁਣ ਇਹ ਤਾਂ ਚੱਲੂਗਾ ਨਹੀਂ ਕੈਚ, ਕਿਉਂਕਿ ਇਸ 'ਚ ਤਾਂ ਕਦੋਂ ਚੱਲਣਾ ਸੀ ਜੇ ਆਪਾਂ ਇੱਥੇ ਲਿਖਿਆ ਹੁੰਦਾ ਥਰੋ 0 ਜਾਂ ਥਰੋ 1 ਕੋਈ ਇੰਟੀਜ਼ਰ ਪਾਸ ਕੀਤਾ ਹੁੰਦਾ। ਹੁਣ ਕਰੈਕਟਰ ਵਾਲਾ ਅਸੀਂ ਕੋਈ ਬਣਾਇਆ ਨਹੀਂ, ਦਿਸ ਮੀਨਸ ਆਪਾਂ ਇੱਕ 3 ਡਾਟਸ ਵਾਲਾ ਬਣਾਇਆ ਹੋਇਆ। ਹੁਣ ਇਹ ਪਾਰਟ ਚੱਲੂਗਾ, ਜੋ 3 ਡਾਟਸ ਵਾਲਾ ਕੈਚ ਹੈ ਉਹ ਹਰ ਵਾਰ ਚੱਲ ਸਕਦਾ ਹੈ ਜਦੋਂ ਕਿਸੇ ਵੀ ਤਰ੍ਹਾਂ ਦੀ ਐਕਸੈਪਸ਼ਨ ਜਨਰੇਟ ਹੁੰਦੀ ਹੈ।